ਸਤਨਾਮ ਸ੍ਰੀ ਵਾਹਿਗੁਰੂ ਜੀ। ਬੰਦਨਾ ਕੋ ਲੇਤੀ ਅਵੰਦਤਾ ਕੋ ਦੇਤ ਜਨ, ਪ੍ਰੀਤ ਲੇਤ ਦੇਤੈ ਪ੍ਰਤੀਤ ਸੁਖ ਸੇਤ ਹੈ। ਪਾਉ ਔਰ ਲੇਤੀ ਵੱਡੋ ਪਰ ਪਾਉ ਦੇਤੇ ਆਪ, ਨਿਰਗੁਣ ਪਦ ਦੇਤ ਗੁਣ ਦੇਖ ਲੇਤ ਹੈ। ਥੋੜੀ ਜਿਹੀ ਭੇਟ ਲੇਤ ਜਮ ਕੀ ਭੇਟ ਦੇਤ, ਸਤਿਗੁਰ ਨਾਨਕ ਜੀ ਕਰ ਨਾਨਕੇਤ ਹੈ। ਹੰਤਾ ਲੇਤ ਦਾਸਨ ਕੀ ਅਹੰ ਬ੍ਰਹਮ ਦੇਤ ਔਰ, ਮਨ ਲੇਤ ਚਰਨ ਮੈਂ ਮੁਕਤ ਕੋ ਦੇਤ ਹੈ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਭਗਤ ਵਿਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਸਤਿਗੁਰੂ ਜੀ ਦਾ ਤੇਜ ਪ੍ਰਤਾਪ ਚਾਰੇ ਦਿਸ਼ਾ ਦੇ ਵਿੱਚ ਦੂਰ ਦੂਰ ਤੱਕ ਫੈਲ ਚੁੱਕੀ ਹੈ। ਰੋਜ਼ਾਨਾ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਬੜੀਆਂ ਸੰਗਤਾਂ ਵੀ ਆਇਆ ਕਰਦੀਆਂ ਸਨ। ਕਈ ਇਹੋ ਜਿਹੇ ਜਿਹੜੇ ਦੁਸ਼ਟ ਪਾਪੀ ਲੋਕ ਆਉਣ ਜਾਣ ਵਾਲੇ ਗੁਰ ਸਿੱਖਾਂ ਨੂੰ ਤੰਗ ਕਰਨਾ ਜਾਂ ਕਈ ਦਫਾ ਫਿਰ ਇਹੋ ਜਿਹੀ ਛੇੜਖਾਨੀ ਵੀ ਕਰ ਦਿੰਦੇ ਸਨ। ਜਦੋਂ ਦਾ ਮਹਾਰਾਜ ਨੇ ਕਲਮੋਟ ਨਗਰ ਦੇ ਮੂਰਖ ਗਵਾਰਾਂ ਨੂੰ ਇਹੋ ਜਿਹਾ ਸੌਦਾ ਲਗਾਇਆ ਦੇ ਕਰਕੇ ਉਹਨਾਂ ਲੋਕਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਸਨ। ਸੋਚਣ ਲੱਗ ਪਏ, ਅਗਰ ਕੋਈ ਵੀ ਇਹੋ ਜਿਹਾ ਕਦਮ ਕਿਤੇ ਮਾਨ ਹੰਕਾਰ ਦੇ ਵਿੱਚ ਆ ਕਰਕੇ ਠਾਊ, ਫਿਰ ਉਹਨਾਂ ਦੇ ਨਾਲ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਜਿਹੋ ਜਿਹਾ ਵਰਤਾਰਾ ਕਲਮੋਟ ਨਗਰ ਦੇ ਲੋਕਾਂ ਦੇ ਨਾਲ ਹੋ ਹੀ ਚੁੱਕਿਆ ਹੈ, ਵੈਸੀ ਹਾਲਤ ਹੋ ਜਾਣੀ ਹੈ। ਹੁਣ ਸਾਰਿਆਂ ਦੇ ਮਨ ਦੇ ਅੰਦਰ ਮਹਾਰਾਜ ਦਾ ਬੜਾ ਡਰ ਭੈ ਪੈਦਾ ਹੋ ਗਿਆ ਸੀ। ਗੁਰ ਸਿੱਖ ਵੀ ਬਿਲਕੁਲ ਨਿਚਿੰਤ ਹੋ ਚੁੱਕੇ ਹਨ। ਕੋਈ ਦਿਨ ਆਵੇ ਰਾਤ ਆਵੇ, ਰਾਹ ਦੇ ਵਿੱਚ ਟੋਕਾ ਟਾਕੀ ਨਹੀਂ ਕਰਦਾ ਸੀ। ਦੁਸ਼ਟ ਪਾਪੀ ਲੋਕ ਮਹਾਰਾਜ ਦੇ ਤੇਜ ਪ੍ਰਤਾਪ ਨੂੰ ਦੇਖ ਕਰਕੇ ਆਪੋ ਆਪਣੇ ਇਲਾਕਿਆਂ ਆਪੋ ਆਪਣੇ ਘਰਾਂ ਦੇ ਵਿੱਚ ਦਬ ਕਰਕੇ ਬੈਠ ਗਏ ਹਨ। ਇੱਕ ਦਿਨ ਜਦੋਂ ਸਤਿਗੁਰੂ ਜੀ ਨੇ ਬਹੁਤ ਵੱਡਾ ਭਾਰਾ ਰੂਹਾਨੀ ਦੀਵਾਨ ਸਜਾਇਆ ਹੋਇਆ ਸੀ, ਨਾਰਦ ਮੁਨੀ ਜੀ ਬਰਮਾ ਜੀ ਦੇ ਪੁੱਤਰ, ਇਹ ਵੀ ਜੁਗਾ ਜਗੰਤਰਾਂ ਤੋਂ ਲੈ ਕਰਕੇ ਪੀਰਾਂ ਪਕੰਬਰਾਂ ਔਲੀਆਂ ਅਵਤਾਰਾਂ ਦੇ ਦਰਸ਼ਨ ਕਰਦੇ ਹੀ ਆਏ ਹਨ। ਨਾਰਦ ਮੁਨੀ ਜੀ ਨੇ ਵੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਪਰੇ ਦੀਵਾਨ ਦੇ ਵਿੱਚ ਦਰਸ਼ਨ ਕੀਤਾ।
ਇਹਨੂੰ ਸੋਚਿਆ ਵੀ ਭੇਟਾ ਵੀ ਇਹੋ ਜਿਹੀ ਮੈਂ ਲੈ ਕੇ ਜਾਣੀ ਹੈ ਜਿਹੜੀ ਵਸਤੂ ਸਤਿਗੁਰੂ ਜੀ ਨੂੰ ਸਾਰਿਆਂ ਨਾਲੋਂ ਪਿਆਰੀ ਲੱਗਦੀ ਹੋਵੇ। ਇਹਨੇ ਹਮਾਓ ਪੰਛੀ ਦੇ ਜਿਹੜੇ ਬਹੁਤ ਸਾਰੇ ਖੰਭ ਪਰੇ ਦੀਵਾਨ ਦੇ ਵਿੱਚ ਲਿਆ ਕਰਕੇ ਭੇਟਾ ਕੀਤੇ, ਜਿਨ੍ਹਾਂ ਕੰਮਾਂ ਦੇ ਵਿੱਚ ਬੜੀ ਤਸੀਰ ਹੈ, ਬੜੀ ਤਾਕਤ ਹੈ ਵੀ ਜੋ ਵੀ ਚੀਜ਼ ਵਸਤੂ ਉਹਨਾਂ ਦੇ ਨਾਲ ਜੜ ਕਰਕੇ ਚਲਾਈ ਜਾਏ ਉਸ ਨੂੰ ਆਪਣੇ ਦੇਹ ਦੇ ਵਿੱਚ ਲੈ ਜਾਂਦੇ ਹਨ। ਦੇ ਕਰਕੇ ਸਤਿਗੁਰੂ ਜੀ ਕਹਿਣ ਲੱਗੇ, ਨਾਰਦ ਮੁਨੀ ਜੀ ਇਤਨੀ ਖੇਚਲ ਤੁਸੀਂ ਕਾਹਦੇ ਵਾਸਤੇ ਕੀਤੀ ਹੈ? ਸਾਧੂਆਂ ਦੇ ਤਾਂ ਦਰਸ਼ਨੀ ਭੇਟਾ ਰੂਪ ਹੋਇਆ ਕਰਦੇ ਹਨ। ਕਹਿਣ ਲੱਗਿਆ, ਸੱਚੇ ਪਾਤਸ਼ਾਹ ਵੀ ਤਾਂ ਸ਼ਾਸਤਰ ਮਰਜ਼ਾਦਾ ਪਹਿਲਾਂ ਤੋਂ ਹੀ ਦੁਨੀਆ ਦੇ ਅੰਦਰ ਚਲੀ ਆਉਂਦੀ ਹੈ। ਜਦੋਂ ਆਪ ਇਹਨਾਂ ਖੰਭਾਂ ਨੂੰ ਤੀਰਾਂ ਦੇ ਨਾਲ ਜੜਵਾ ਕਰਕੇ ਚਲਾਓਗੇ ਪਤਾ ਲੱਗ ਜੂ ਵੀ ਇਹਨਾਂ ਦੇ ਵਿੱਚ ਕਿਹੋ ਜਿਹੀ ਤਾਕਤ ਹੈ, ਕਿਹੋ ਜਿਹੀ ਤਾਸੀਰ ਭਰੀ ਹੋਈ ਹੈ। ਕੁਝ ਕੁ ਟਾਈਮ ਨਾਰਦ ਮੁਨੀ ਜੀ ਨੇ ਬੈਠ ਕਰਕੇ ਦਸ਼ਮੇਸ਼ ਪਿਤਾ ਦੇ ਨਾਲ ਪਰਮਾਰਥਕ ਭਗਤੀ ਦੇ ਗਿਆਨ ਦੇ ਬੜੇ ਬਚਨ ਵਿਲਾਸ ਵੀ ਕੀਤੇ। ਜਦੋਂ ਨਾਰਦ ਮੁਨੀ ਜੀ ਮਹਾਰਾਜ ਨੂੰ ਨਮਸਕਾਰ ਕਰਕੇ ਚੱਲ ਪਏ ਸਨ, ਖਾਲਸੇ ਦੇ ਦੇਦਿਆਂ ਥੋੜ੍ਹੀ ਦੂਰੀ 'ਤੇ ਅਲੋਪ ਹੋ ਗਏ ਸੀ। ਸੰਗਤਾਂ ਵੀ ਬੜੀਆਂ ਦੰਗ ਰਹਿ ਗਈਆਂ ਵੀ ਹੁਣੀ ਸਾਨੂੰ ਨਾਰਦ ਮੁਨੀ ਜੀ ਦਿਸ ਰਹੇ ਸੀ, ਉਹਨੂੰ ਪਤਾ ਹੀ ਨਹੀਂ ਲੱਗਿਆ ਕਿੱਥੋਂ ਤੇ ਗਾਇਬ ਹੋ ਚੁੱਕੇ ਹਨ। ਸਤਿਗੁਰੂ ਜੀ ਨੇ ਸਮਝਾਇਆ ਵੀ ਇਹ ਹੈ ਬਰਮਾ ਜੀ ਦਾ ਪੁੱਤਰ ਨਾਰਦ ਮੁਨੀ ਜੀ, ਇਸ ਨੂੰ ਪਰਮਾਤਮਾ ਦੇ ਵੱਲੋਂ ਗੁਪਤ ਔਰ ਪ੍ਰਗਟ ਹੋਣ ਦੀ ਜਿਹੜੀ ਤਾਕਤ ਪ੍ਰਾਪਤ ਹੋਈ ਹੈ। ਜਿੱਥੇ ਚਾਹੁੰਦਾ ਪ੍ਰਗਟ ਵੀ ਹੋ ਜਾਂਦਾ ਤੇ ਗੁਪਤ ਵੀ ਹੋ ਸਕਦਾ ਹੈ। ਸਤਿਗੁਰੂ ਜੀ ਨੇ ਉਸ ਸਮੇਂ ਜਿਹੜੇ ਸਾਰੇ ਖੰਭ ਤੀਰਾਂ ਦੇ ਨਾਲ ਜੜਵਾ ਕਰਕੇ ਤਿਆਰ ਕਰਵਾਏ। ਖਾਲਸੇ ਨੂੰ ਆਗਿਆ ਕੀਤੀ, ਭਾਈ ਇਹ ਤੀਰ ਹੈਗੇ ਬੜੇ ਅਜੀਬ ਢੰਗ ਦੇ ਨਾਲ ਬਣੇ ਹੋਏ, ਤੁਸੀਂ ਇਹਨਾਂ ਨੂੰ ਜਿੱਥੇ ਵੀ ਡਿੱਗਣ ਧਰਤੀ ਤੋਂ ਚੁੱਕ ਕਰਕੇ ਲਿਆਉਣਾ ਹੈ। ਜੋਧੇ ਸੂਰਮੇ ਸ਼ਾਸਤਰ ਵਿਦਿਆ ਦਾ ਅਭਿਆਸ ਕਰਦੇ ਹੀ ਰਹਿੰਦੇ ਸੀ। ਸਤਿਗੁਰੂ ਜੀ ਦੀ ਆਗਿਆ ਪਾ ਕਰਕੇ ਕੋਈ ਕੋਹ 'ਤੇ ਦੋ ਕੋਹਾਂ 'ਤੇ ਦੂਰ ਦੂਰ ਤੱਕ ਖਾਲਸੇ ਖੜ੍ਹੇ ਹੋ ਗਏ ਸਨ। ਮਹਾਰਾਜ ਨੇ ਕੱਲਾ ਕੱਲਾ ਤੀਰ ਆਪਣੇ ਧੰਦੇ ਵਿੱਚੋਂ ਚਲਾ ਦਿੱਤਾ ਸੀ। ਛੂਕਣ ਦੀ ਆਵਾਜ਼ ਤਾਂ ਸਾਰਿਆਂ ਦੇ ਕੰਨ ਦੇ ਵਿੱਚ ਪੈ ਗਈ ਹੈ, ਪਰ ਕੋਈ ਵੀ ਜਿਹੜਾ ਤੀਰ ਧਰਤੀ ਦੇ ਉੱਪਰ ਨਹੀਂ ਡਿੱਗਿਆ ਸੀ। ਇੱਕ ਪੈਰ ਦਾ ਜਿਹੜਾ ਟਾਈਮ ਬਤੀਤ ਹੋ ਚੁੱਕਿਆ ਹੈ। ਸਤਿਗੁਰੂ ਜੀ ਪੁੱਛਣ ਲੱਗੇ, ਖਾਲਸਾ ਜੀ ਕੀ ਗੱਲ ਹੋ ਗਈ? ਅਜੇ ਤੱਕ ਤੁਸੀਂ ਇੱਕ ਵੀ ਜਿਹੜਾ ਤੀਰ ਸਾਡੇ ਪਾਸ ਲਿਆ ਕਰਕੇ ਹਾਜ਼ਰ ਨਹੀਂ ਕੀਤਾ। ਕਹਿਣ ਲੱਗਾ, ਸੱਚੇ ਪਾਤਸ਼ਾਹ ਅਗਰ ਤੀਰ ਧਰਤੀ ਦੇ ਉੱਪਰ ਡਿੱਗਦੇ ਸਾਡਾ ਫਰਜ਼ ਸੀ, ਇਹ ਸਾਡੀ ਸੇਵਾ ਹੈ, ਜ਼ਰੂਰ ਲਿਆ ਕਰਕੇ ਆਪ ਦੇ ਪਾਸ ਹਾਜ਼ਰ ਕਰ ਦੇਣੇ ਸਨ। ਪਰ ਇਹ ਜਿਹੜੇ ਤੀਰ ਸਾਡੇ ਦੇਦਿਆਂ ਆਕਾਸ਼ ਦੇ ਵੱਲ ਤਾਂ ਚਲੇ ਗਏ ਨੇ, ਧਰਤੀ ਦੇ ਉੱਪਰ ਕੋਈ ਵੀ ਨਹੀਂ ਡਿੱਗਿਆ। ਸੁਣ ਕਰਕੇ ਗੌਰਵ ਸਿੱਖਾਂ ਨੇ ਸੋਚਿਆ ਵੀ ਸਤਿਗੁਰੂ ਜੀ ਨੇ ਸਰਬੱਗ ਅੰਤਰਜਾਮੀ ਇਸ ਬਹਾਨੇ ਦੁਆਰਾ ਸਾਨੂੰ ਕੋਈ ਨਾ ਕੋਈ ਉਪਦੇਸ਼, ਕੋਈ ਨਾ ਕੋਈ ਜਿਹੜੀ ਸਿੱਖਿਆ ਦੇਣੀ
ਚਾਹੁੰਦੇ ਹਨ। ਕਹਿ ਲਗੇ ਸੱਚੇ ਪਾਤਸ਼ਾਹ ਵੀ ਤੀਰ ਤਾਂ ਕੋਈ ਵੀ ਧਰਤੀ ਦੇ ਉੱਪਰ ਡਿੱਗਦਾ ਹੋਇਆ ਨਜ਼ਰ ਨਹੀਂ ਆਇਆ। ਮਹਾਰਾਜ ਫੇਰ ਕਹਿਣ ਲੱਗੇ ਵੀ ਇਹ ਤਾਂ ਆਕਾਸ਼ ਦਾ ਚਾਰੇ ਪਾਸੇ ਪੁਲਾੜ ਦੇ ਸਮਾਨ ਬਣਿਆ ਹੋਇਆ, ਬਿਲਕੁਲ ਜਿਸ ਨੂੰ ਸਾਤਰਕਾਰਾਂ ਨੇ ਸੋਨ ਦਾ ਸਮਾਨ ਬੰਨਿਆ। ਹੁਣ ਆਕਾਸ਼ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਵਸਤੂ ਤਾਂ ਹੈ ਨਹੀਂ ਜਿਹੜੀ ਤੀਰਾਂ ਨੂੰ ਪਕੜ ਕਰਕੇ ਖੜਾ ਸਕਦੀ ਹੈ। ਕੁਦਰਤੀ ਤੌਰ 'ਤੇ ਧਰਤੀ ਦੇ ਵਿੱਚ ਬੜੀ ਖਿੱਚਵੀ ਹੈ, ਜੋ ਵੀ ਵਸਤੂ ਉੱਤੇ ਨੂੰ ਛੁੱਟੀ ਜਾਏ ਉਹ ਆਪਣੇ ਆਪ ਹੀ ਥੱਲੇ ਨੂੰ ਗਿਰ ਪੈਗੀ। ਤੀਰ ਦੱਸੋ ਕਿੱਥੇ ਚਲੇ ਗਏ ਹਨ। ਕਹਿ ਲਗੇ ਮਹਾਰਾਜ ਇਸ ਅਗੰਮੀ ਵਾਰਤਾ ਨੂੰ ਤਾਂ ਆਪ ਹੀ ਜਾਣਨ ਵਾਲੇ ਹੋ। ਸਤਿਗੁਰੂ ਜੀ ਨੇ ਸਮਝਾਇਆ ਦਰਅਸਲ ਵੀ ਉਹ ਜਿਹੜੇ ਹਮਾਓ ਪੰਛੀ ਦੇ ਖੰਭ ਨਾਰਦ ਮੁਨੀ ਜੀ ਨੇ ਲਿਆਂਦੇ ਸੀ, ਜਿਨ੍ਹਾਂ ਤੀਰਾਂ ਦੇ ਨਾਲ ਉਹ ਜੜੇ ਗਏ। ਜੋ ਵੀ ਤੀਰ ਅਸੀਂ ਆਪਣੇ ਧਨ ਦੇ ਵਿੱਚੋਂ ਚਲਾ ਦਿੱਤੇ ਹਨ, ਉਹ ਹਮਾਓ ਪੰਛੀ ਦੇ ਖੰਭ ਉਹਨਾਂ ਤੀਰਾਂ ਨੂੰ ਆਪਣੇ ਦੇਹ ਦੇ ਵਿੱਚ ਲੈ ਕਰਕੇ ਚਲੇ ਗਏ ਹਨ। ਦਾ ਦ੍ਰਿਸ਼ਟਾਂਤ ਮਹਾਰਾਜ ਕਹਿਣ ਲੱਗੇ ਵੀ ਜੋ ਇਲਾਹੀ ਬਾਣੀ ਦੇ ਸ਼ਬਦ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਦਰਜ ਕੀਤੇ ਹੋਏ ਹਨ, ਇਹ ਨੇ ਹਮਾਓ ਪੰਛੀ ਦੇ ਖੰਭਾਂ ਦੇ ਸਮਾਨ ਤੇ ਗੁਰਸਿੱਖਾਂ ਦੇ ਮਨ ਹੈਗੇ ਤੀਰਾਂ ਦੇ ਵੱਤ। ਜਿਨ੍ਹਾਂ ਵੱਡੇ ਭਾਗਾਂ ਵਾਲੇ ਜਗਿਆਸੂਆਂ ਨੇ ਰੱਬੀ ਬਾਣੀ ਦੇ ਸ਼ਬਦਾਂ ਰੂਪੀ ਖੰਭਾਂ ਦੇ ਨਾਲ ਆਪਣੇ ਮਨਾਂ ਨੂੰ ਜੋੜ ਲਿਆ ਨਾ, ਉਹਨਾਂ ਨੂੰ ਵੀ ਫਿਰ ਗੁਰਬਾਣੀ ਦੇ ਜਿਹੜੇ ਸ਼ਬਦ ਉਸ ਨਿਰੰਕਾਰ ਦੀ ਦਰਗਾਹ ਦੇ ਵਿੱਚ ਲੈ ਕਰਕੇ ਪਹੁੰਚ ਜਾਣਾ ਵੀ ਸਾਰੇ ਸ਼ਬਦ ਖੰਭਾਂ ਦੇ ਸਮਾਨ, ਗੁਰ ਸਿੱਖਾਂ ਦੇ ਜਿਹੜੇ ਮਨ ਤੀਰਾਂ ਦੇ ਵੱਤ, ਜਿਨ੍ਹਾਂ ਨੇ ਵੀ ਆਪਣੇ ਮਨ ਰੂਪੀ ਤੀਰਾਂ ਦੇ ਨਾਲ ਰੱਬੀ ਬਾਣੀ ਦੇ ਸ਼ਬਦ ਰੂਪੀਆ ਹਮਾਓ ਪੰਛੀ ਦੇ ਖੰਭਾਂ ਨੂੰ ਲਗਾ ਲਿਆ, ਉਹ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਰਗਾਹ ਦੇ ਵਿੱਚ ਪਹੁੰਚ ਜਾਣੇ ਹਨ। ਸੁਣ ਕਰਕੇ ਸੰਗਤਾਂ ਮਨ ਦੇ ਵਿੱਚ ਬੜਾ ਪ੍ਰਸੰਨ ਹੋ ਗਈਆਂ ਸਨ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਸਿਮਰਨ ਕਰਨ ਲੈਨ ਰਸ ਰਸਨਾ। ਜਿਹੜੇ ਜਗਿਆਸੂ ਰਸਨਾ ਦੇ ਨਾਲ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਿਆਂ ਉਸ ਨੂੰ ਉਹਦੇ ਆਨੰਦ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ। ਸਦਾ ਸੁਖੇ ਨ ਪਰੇ ਜਮ ਬਸਨਾ। ਉਹ ਫਿਰ ਕਦੇ ਵੀ ਜਮਾਂ ਦੇ ਬਸ ਦੇ ਵਿੱਚ ਨਹੀਂ ਪੈਂਦੇ ਹਨ। ਜੋ ਕਿਰਤ ਕਰੇ ਮਾਨਸੋ ਆਛੇ। ਜਿਹੜੇ ਹੁਣ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤੰਦਾ, ਉਹਦੇ ਵਿੱਚੋਂ ਜਥਾ ਜੋਗ ਆਪਣਾ ਦਾਨ ਪੁੰਨ ਵੀ ਕਰਦੇ ਰਹਿੰਦੇ ਹਨ। ਤਿਸ ਮੈਂ ਰਹੋ ਹਰਖਤ ਸੁਖ ਬਾਛੇ। ਜਿਹੜੇ ਹੁਣ ਇਹੋ ਜਿਹੇ ਸ਼ੁਭ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਕਰਕੇ ਆਪਣੀ ਜ਼ਿੰਦਗੀ ਬਤੀਤ ਕਰਨ ਲੱਗ ਜਾਂਦੇ ਹਨ। ਤਨ ਹੰਤਾ ਕੋ ਤਿਆਗਨ ਕਰੀਏ। ਸਤਿਗੁਰੂ ਜੀ ਕਹਿਣ ਲੱਗੇ ਸਾਧਨ ਕਰਦਿਆਂ ਜਿਹੜੇ ਆਪਣੇ ਇਸ ਸਰੀਰ ਦੀ ਹੰਗਤਾ ਨੂੰ ਵੀ
ਤਿਆਗ ਦਿੰਦੇ ਹਨ। ਪ੍ਰਭੂ ਰਜਾਏ ਹਰਕ ਤੇ ਅਨਸਰੀਏ। ਜਿਹੜੇ ਗੁਰਮੁਖ ਤੇਰਾ ਭਾਣਾ ਪਾਵੇ ਵੀ ਇਹਨਾਂ ਬਚਨਾਂ ਨੂੰ ਆਪਣੇ ਮਨ ਦੇ ਅੰਦਰ ਵਸਾ ਲੈਂਦੇ ਹਨ। ਤੀਨੋ ਸਾਧਨ ਕੇਵਲ ਕੇਰੇ। ਇਹ ਜਿਹੜੇ ਤਿੰਨ ਮੁੱਖ ਸਾਧਨ ਸਤਿਗੁਰੂ ਜੀ ਨੇ ਕੇਵਲ ਮੋਕਸ਼ ਪ੍ਰਾਪਤ ਕਰਨ ਦੇ ਲਈ ਖਾਲਸੇ ਨੂੰ ਦੱਸੇ ਸਨ। ਸਤਿਗੁਰ ਦਏ ਬਤਾਏ ਬਡੇਰੇ। ਬਹੁਤ ਵੱਡੇ ਵੱਡੇ ਇਹ ਜਿਹੜੇ ਤਿੰਨ ਮੁੱਖ ਸਾਧਨ ਸਾਰੀਆਂ ਸੰਗਤਾਂ ਨੂੰ ਸੁਣਾਏ ਸੀ। ਪਾਣਾ ਮਾਨਨ ਹੰਤਾ ਤਿਆਗਨ। ਪਹਿਲੇ ਨੰਬਰ ਤੇ ਵੀ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲੈਣਾ। ਪਾਣੇ ਨੂੰ ਤਾਂ ਭਾਈ ਭਿਖਾਰੀ ਵਰਗੇ ਹੀ ਮੰਨ ਸਕਦੇ ਹਨ। ਪਹਿਲੇ ਨੰਬਰ ਤੇ ਜਿਹੜਾ ਹੈ ਬਹੁਤ ਵੱਡਾ ਕੇਵਲ ਮੋਕਸ਼ ਦਾ ਸਾਧਨ, ਜਿਹੜੇ ਗੋਰਾ ਸਿੱਖ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਦਾ ਵਾਸਤੇ ਖੁਸ਼ ਰਹਿਣ ਵਾਲੇ ਹਨ। ਸਤਨਾਮ ਸਿਮਰਨ ਲਿਵ ਲਾਗਨ। ਦੂਜੇ ਨੰਬਰ ਤੇ ਹੰਤਾ ਤਿਆਗਨ ਵੀ ਆ ਜਿਹੜੀ ਸਰੀਰ ਦੀ ਹੰਗਤਾ ਜਿਨ੍ਹਾਂ ਨੇ ਤਿਆਗ ਦਿੱਤੀ। ਤੀਜੇ ਨੰਬਰ ਤੇ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਪ੍ਰਭ ਕਾ ਸਿਮਰਨ ਉਤਰੈ ਮੂਚਾ। ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝੈ। ਪ੍ਰਭ ਕਾ ਸਿਮਰਨ ਸਭ ਕਿਸ ਸੁਝੈ। ਵੀ ਜਿਹੜੇ ਸਿਮਰਨ ਕਰਦਿਆਂ ਆਪਣੇ ਮਨ ਦੀ ਬਿਰਤੀ ਨੂੰ ਪ੍ਰਭੂ ਦੇ ਨਾਮ ਦੇ ਨਾਲ ਜੋੜ ਲੈਂਦੇ ਹਨ। ਅਹੀ ਪਰਮ ਪਦ ਕੋ ਪਹੁੰਚਾਵੇ। ਤੇ ਚੱਲਦੇ ਕੌਣ ਨੇ? ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਕਿਰਪਾ ਹੋ ਜਾਂਦੀ ਹੈ। ਇੱਕ ਨਾਲ ਉਹ ਸਭ ਸੋਝੀ ਆਈ। ਇੱਕ ਫਿਰਦੇ ਵੇ ਪ੍ਰਵਾਹ। ਤੇ ਬੜੇ ਜਿਹੜੇ ਆਮ ਦੁਨਿਆਵੀ ਜੀਵ ਤਾਂ ਉਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਬਰਬਾਦ ਕਰਕੇ ਚਲੇ ਜਾਂਦੇ ਹਨ। ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ। ਨਾਨਕ ਗੁਰਮੁਖ ਸੁਭਜੈ ਜਾ ਕੈ ਭਾਗ ਮਥੋਰ। ਪਰਮਾਤਮਾ ਨੂੰ ਉਹੀ ਫਿਰ ਜਾਣ ਸਕਦੇ ਹਨ ਜਿਨ ਕੈ ਭਾਗ ਮਥੋਰ। ਜਿਨ੍ਹਾਂ ਦੇ ਮਸਤਕ ਦੇ ਉੱਪਰ ਪ੍ਰਭੂ ਨੇ ਉਹ ਜੇ ਕੋਈ ਚੰਗੇ ਸ਼ੁਭ ਲੇਖ ਲਿਖੇ ਹੋਏ ਹਨ। ਵਹਿਰ ਕਿਰਿਆ ਸ਼ਸਤਰਨ ਅਭਿਆਸ। ਦਸ਼ਮੇਸ਼ ਪਿਤਾ ਨੇ ਜਿਹੜੀ ਬਾਹਰਲੀ ਸਰੀਰਕ ਕਿਰਿਆ ਤਾਂ ਇੱਕ ਸਾਤਰ ਧਾਰੀ ਬਣਾਈ ਹੋਈ ਸੀ। ਪਾਪੀ ਦੁਸ਼ਟਨ ਕਰਨ ਵਿਨਾਸ਼। ਆਦੇ ਵਾਸਤੇ ਸੰਤ ਉਭਾਰਨ ਦੁਸ਼ਟ ਸਵਨ ਕੋ ਮੋਲ ਪਾਰਨ। ਆ ਜਿਹੜੇ ਦੁਸ਼ਟ ਪਾਪੀ ਵੱਧ ਚੁੱਕੇ ਹਨ ਉਹਨਾਂ ਦਾ ਨਾਸ ਕਰਨ ਦੇ ਲਈ ਮਹਾਰਾਜ ਨੇ ਬਾਹਰਲੀ ਜਿਹੜੀ ਕਿਰਿਆ ਯੋਧਿਆ ਸੂਰਮਿਆਂ ਦੇ ਸਮਾਨ ਧਾਰਨ ਕੀਤੀ ਹੋਈ ਹੈ। ਸਤਿਗੁਰ ਕਰੀ ਪਰਮ ਬਖਸ਼ੀਸ਼। ਆਪਣੇ ਖਾਲਸੇ ਨੂੰ ਵੀ ਮਹਾਰਾਜ ਬਣੀਆਂ ਹੋਈਆਂ ਬਖਸ਼ੀਸ਼ਾਂ ਸਾਦਰ ਵਿਦਿਆ ਦੀਆਂ ਰੋਜ਼ਾਨਾ ਕਰਦੇ ਰਹਿੰਦੇ ਸੀ। ਜਗ ਕੇ ਸੁਖ ਮਿਲਵੋ ਜਗਦੀਸ਼। ਵੀ ਜਿਨ੍ਹਾਂ ਨੂੰ ਜਗਦੀਸ਼ ਦੀ ਪ੍ਰਾਪਤੀ ਹੋਗੀ ਉਹ ਸਾਰੇ ਸੁਖੀ ਪ੍ਰਾਪਤ ਕਰ ਲੈਂਦੇ ਹਨ। ਵੱਡੇ ਭਾਗ ਜਾਗੇ ਜਿਨ ਕੇਰੇ। ਜਿਨ੍ਹਾਂ ਗੁਰਮੁਖਾਂ ਦੇ ਬਹੁਤ ਹੀ ਵੱਡੇ ਭਾਗ ਜਾਗ ਪਏ ਹਨ। ਚੱਲੇ ਸੋ ਮਾਰਗ ਇਸੀ ਅਛੇਰੇ। ਉਹ ਫਿਰ ਇਹੋ ਜੇ ਅਛੇਰੇ ਮਾਰਗ ਦੇ ਉੱਪਰ ਚੱਲਣ ਵੀ ਲੱਗ ਪੈਂਦੇ ਹਨ। ਜਿਮ ਅਰਜਨ ਸੰਗ ਪਾਖੀ ਗੀਤਾ। ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਜੀ ਨੂੰ ਮਹਾਭਾਰਤ ਦੇ ਯੁੱਧ ਸਮੇਂ ਸਮਝਾਉਣ ਦੇ ਲਈ ਆਪਣੇ ਵੱਲੋਂ ਗੀਤਾ ਉਚਾਰਨ ਕੀਤੀ। ਵਿਰਾਟ ਰੂਪ ਦੇ ਵਿੱਚ ਦਿਖਾਇਆ ਕਿ ਤੇਰੇ ਮਨ ਦੇ ਵਿੱਚ ਆਪਣੇ ਉਸਤਾਦਾਂ ਦੀ ਆਪਣੇ ਹੋਰ ਜਿਹੜੇ ਰਿਸ਼ਤੇਦਾਰ ਉਹਨਾਂ ਦੀ ਬੜੀ ਮੋਹ ਮਮਤਾ ਭਰੀ ਹੋਈ ਹੈ। ਪਰ ਇਹ ਤਾਂ ਪਹਿਲਾਂ ਹੀ ਮੈਂ ਨਾਸ ਕੀਤੇ ਹੋਏ ਹਨ। ਕਰਮ ਫਲਨ ਤੇ ਰਹੋ ਅਤੀਤਾ। ਭਗਵਾਨ ਕ੍ਰਿਸ਼ਨ ਜੀ ਨੇ ਸਮਝਾਇਆ ਵੀ ਤੈਂ ਕਰਮ ਕਰਦਿਆਂ ਇਹਨਾਂ ਦੇ ਵਿੱਚ ਸਦਾ ਦੇ ਲਈ ਨਿਰਲੇਪ ਰਹਿਣਾ ਹੈ। ਧਰਮ ਤਰਨ ਆਯੁਧ ਕੋ ਕਰੀਏ। ਇਸੇ ਤਰ੍ਹਾਂ ਸਤਿਗੁਰੂ ਜੀ ਵੀ ਹੁਣ ਜਿੱਥੇ ਖਾਲਸੇ ਨੂੰ ਧਰਮ ਦੀ ਪ੍ਰਤਪਾਲਨਾ ਕਰਨ ਵਾਸਤੇ ਹਦਾਇਤ ਕੀਤੀ ਉੱਥੇ ਸਾਤਰ ਵੀ
ਧਾਰਨ ਕਰਵਾਏ ਹਨ। ਆਪਣੋ ਸਾਖੀ ਰੂਪ ਵਿਚਰੀਏ ਪਰ ਜਿਵੇਂ ਭਾਈ ਕਨਈਆ ਜੀ, ਭਾਈ ਨੰਦ ਲਾਲ ਜੀ, ਭਾਈ ਮਨੀ ਸਿੰਘ ਜੀ, ਇਹ ਜਿਹੜਾ ਹੈ ਆਪਣਾ ਅਸਲ ਸਾਖੀ ਰੂਪ ਆਤਮਾ ਦੀ, ਉਹਦੀ ਵੀ ਪਹਿਚਾਣ ਕਰ ਲੈਂਦੇ ਹਨ। ਤਥਾ ਖਾਲਸੇ ਪ੍ਰਤ ਉਪਦੇਸ਼ ਇਹੋ ਜਿਹਾ ਉਪਦੇਸ਼ ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ ਵਸਿਆ ਸੀ। ਸਤਨਾਮ ਕੋ ਭਜਨ ਹਮੇਸ਼ ਹਰ ਭਗਤ ਜਿਹੜੇ ਯੋਧੇ ਸੂਰਮੇ ਭਾਵੇਂ ਜੰਗ ਜੁੱਧ ਵੀ ਕਰਦੇ, ਉੱਥੇ ਫਿਰ ਰੱਬੀ ਬਾਣੀ ਦਾ ਵੀ ਜਾਪ ਆਪਣੀ ਰਸਨਾ ਦੇ ਨਾਲ ਅੰਮ੍ਰਿਤ ਵੇਲੇ ਜਾ ਕਰਕੇ ਕਰਦੇ ਸੀ। ਵਹਿਰ ਕਰਮ ਰਨ ਕਰਨ ਮਹਾਨੇ ਜੋ ਮਹਾਰਾਜ ਨੇ ਬਾਹਰਲੀ ਕਿਰਿਆ ਬਹੁਤ ਵੱਡੇ ਵੱਡੇ ਭਿਆਨਕ ਜੰਗ ਜੁੱਧ ਕਰਨ ਦੇ ਲਈ ਧਾਰਨ ਕੀਤੀ ਹੈ। ਕਰੋ ਸਦਾ ਸਭ ਵਿਦ ਸੁਖ ਠਾਨੇ ਔਰ ਸਤਿਗੁਰੂ ਜੀ ਨੇ ਤਾਂ ਆਪਣੇ ਖਾਲਸੇ ਦੇ ਪਾਸੋਂ ਬਹੁਤ ਵੱਡੇ ਵੱਡੇ ਧਰਮ ਦੇ ਹੀ ਯੁੱਧ ਕਰਵਾਏ ਸੀ। ਕਰੇ ਸ਼ੁੱਧ ਮਨ ਕੀ ਤਜ ਮੈਲ ਜਿਵੇਂ ਜਿਵੇਂ ਖਾਲਸੇ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਮਨ ਦੀ ਮੈਲ ਵੀ ਮਹਾਰਾਜ ਨੇ ਨਾਸ਼ ਕਰ ਦਿੱਤੀ ਹੈ। ਗਮਨੇ ਸੰਤ ਭਗਤ ਜਿਸ ਗੈਲ ਹੁਣ ਜੰਗ ਯੁੱਧ ਕਰਦਿਆਂ ਜਿਹੜੇ ਵੀ ਸ਼ਹੀਦ ਹੁੰਦੇ, ਉਹ ਫਿਰ ਸੰਤਾਂ ਦੇ ਭਗਤਾਂ ਦੇ ਲੋਕ ਦੇ ਵਿੱਚ ਹੀ ਜਾਇਆ ਕਰਦੇ ਸਨ। ਸਕਲ ਖਾਲਸੇ ਕੋ ਗੁਰ ਦਇਓ ਇਹੋ ਜਿਹਾ ਜਿਹੜਾ ਸ਼ੁਭ ਮਾਰਗ ਮਹਾਰਾਜ ਨੇ ਆਪਣੇ ਖਾਲਸੇ ਨੂੰ ਵੀ ਦੇ ਦਿੱਤਾ ਸੀ। ਜਿਨ ਕੇ ਭਾਗ ਵੱਡੇ ਤਿਨ ਲਹਿਓ ਪਰ ਇਹੋ ਜਿਹੇ ਸ੍ਰੇਸ਼ਟ ਮਾਰਗ ਨੂੰ ਵੱਡੇ ਭਾਗਾਂ ਵਾਲੇ ਹੀ ਧਾਰਨ ਕਰ ਸਕਦੇ ਹਨ। ਕਵ ਸੰਤੋਖ ਸਿੰਘ ਗੁਰ ਕੀ ਕਥਾ ਭਾਈ ਸਾਹਿਬ ਜੀ ਆਪਣੀ ਰਸਨਾ ਤੋਂ ਪ੍ਰਵਚਨ ਕਰਦੇ ਹਨ। ਕੀਨ ਬਨਾਵਨ ਮਮ ਮਤ ਜਥਾ ਜਿਹੋ ਜੀ ਮਤ, ਜਿਹੋ ਜੀ ਬੁੱਧ ਸਤਿਗੁਰੂ ਜੀ ਨੇ ਬਖਸ਼ੀ, ਉਸੇ ਤਰ੍ਹਾਂ ਮੈਂ ਦਸ਼ਮੇਸ਼ ਪਿਤਾ ਦੀ ਇਹ ਕਥਾ ਉਚਾਰਨ ਕੀਤੀ ਹੈ। ਚਤੁਰਥ ਰੁਤ ਪੂਰੀ ਕਰ ਤਥਾ ਇਸ ਥਾਂ ਤੇ ਭਾਈ ਸਾਹਿਬ ਜੀ ਨੇ ਚੌਥੀ ਜਿਹੜੀ ਰੁੱਤ ਪੂਰੀ ਕਰ ਦਿੱਤੀ ਹੈ। ਲੀਨੋ ਸਾਰ ਜਤਾ ਕਿਰਤ ਮਥਾ ਜਿਵੇਂ ਦੁੱਧ ਨੂੰ ਪਹਿਲਾਂ ਉਬਾਲਿਆ ਜਾਂਦਾ ਹੈ, ਫਿਰ ਜਾਗ ਲਗਾਉਂਦੇ ਹਨ, ਦਹੀਂ ਬਣ ਗਈ, ਰਿੜ ਕਰਕੇ ਫਿਰ ਉਹਦੇ ਵਿੱਚੋਂ ਜਿਹੜੀ ਹੈ ਸਾਰ ਵਸਤੂ ਜਿਵੇਂ ਘਿਓ ਕੱਢ ਲੈਂਦੇ ਹਨ। ਇਸੇ ਤਰ੍ਹਾਂ ਕਵੀ ਜੀ ਨੇ ਬੜੇ ਗ੍ਰੰਥਾਂ ਦੀ ਖੋਜ ਕਰਕੇ ਜੋ ਹੈ ਅਸਲੀ ਤਤ ਸਾਰ ਸਤਿਗੁਰੂ ਜੀ ਦੀ ਕਥਾ ਇਸ ਥਾਂ ਤੇ ਆਪਣੀ ਕਲਮ ਦੇ ਨਾਲ ਘਿਓ ਦੇ ਸਮਾਨ ਲਿਖਦੇ ਹਨ। 10 ਪਾਤਸ਼ਾਹਨ ਕੇ ਸੁਭ ਚਰਨ ਜੋ 10 ਪਾਤਸ਼ਾਹੀਆਂ ਦੇ ਸ਼ੁਭ ਚਰਨ ਹਨ। ਕਰ ਕਰ ਧਿਆਨ ਵਿਗਨ ਕੀਏ ਹਰਨ ਜਦੋਂ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕਰ ਲਿਆ ਤੇ ਫਿਰ ਕਥਾ ਦੇ ਵਿੱਚ ਪੈਣ ਵਾਲੇ ਵੱਡੇ ਵੱਡੇ ਵਿਗਨ ਵੀ ਨਾਸ ਹੋ ਜਾਂਦੇ ਹਨ। ਅਬ ਲਾਖਾ ਨਿਜ ਪੂਰਨ ਵੀ ਕਰੀ ਮੇਰੇ ਦਾਸ ਸੇਵਕ ਦੇ ਮਨ ਦੀ ਅਵਲਾਖਾ ਉਹ ਮਹਾਰਾਜ ਨੇ ਪੂਰੀ ਕਰ ਦਿੱਤੀ ਹੈ। ਦੁਸ਼ਟਨ ਕੀਮਤ ਕਛ ਨੇ ਅਰੀ ਜਿਹੜੇ ਦੁਸ਼ਟ ਪਾਪੀ, ਉਹਨਾਂ ਦੀ ਜਿਹੜੀ ਖੋਟੀ ਮਤ ਮੇਰੇ ਅੱਗੇ ਅੜ ਨਹੀਂ ਸਕੀ ਹੈ। ਦੋਹਰਾ ਸ੍ਰੀ ਕਲਗੀਧਰ ਕੀ ਕਥਾ ਸ਼ਰੋਤਨ ਕੋ ਸੁਖ ਦਾਏ ਜੋ ਦਸ਼ਮੇਸ਼ ਪਿਤਾ ਦੀ ਪਾਵਨ ਕਥਾ ਇਹ ਸਰੋਤਿਆਂ ਨੂੰ ਬੜਾ ਸੁਖ ਦੇਣ ਵਾਲੀ ਹੈ। ਰੁਤ ਕਰ ਅਬ ਪੰਚਮੀ ਨੀਕੇ ਸਵਨ ਸੁਨਾਏ ਪੰਜਵੀਂ ਰੁੱਤ ਅੱਗੇ ਕਵੀ ਜੀ ਲਿਖਣ ਲੱਗੇ ਹਨ। ਚੌਪਈ ਇਸ ਪ੍ਰਕਾਰ ਦਸਵੇਂ ਪਤਸ਼ਾਹੂ ਇਹ ਦਸ਼ਮੇਸ਼ ਪਿਤਾ ਅਨੰਦਪੁਰ ਦੇ ਵਿੱਚ ਰਹਿ ਕੇ ਰੋਜ਼ਾਨਾ ਬੜੇ ਹੋ ਜੇ ਕੌਤਕ ਵਰਤਾਉਂਦੇ ਹੀ ਰਹਿੰਦੇ ਸਨ। ਰਚਿਓ ਪੰਥ ਦੇ ਰਣ ਉਤਸ਼ਾਹੂ ਇਹੋ ਜਿਹਾ ਖਾਲਸਾ ਪੰਥ ਸਾਜ ਕੇ ਰਣ ਉਤਸ਼ਾਹੂ, ਫਿਰ ਉਹਨਾਂ ਦੇ ਮਨ ਦੇ ਵਿੱਚ ਜਿਹੜੀਆਂ ਨੇ ਇਹੋ ਜਿਹੀਆਂ ਪਹਿਲੇ ਸਮੇਂ ਦੀਆਂ ਸ਼ੁਭ ਵਿਚਾਰਾਂ ਸੂਰਮਿਆਂ ਵਾਲੀਆਂ, ਉਹ ਬਿਲਕੁਲ ਲੋਕਾਂ ਦੇ ਮਨਾਂ ਦੇ ਅੰਦਰੋਂ ਮੁਰਦਾ ਹੋ ਚੁੱਕੀਆਂ ਸਨ। ਖਾਲਸਾ ਸਜਾ ਕੇ ਇਹੋ ਜਿਹਾ ਉਤਸ਼ਾਹ, ਇਹੋ ਜਿਹੀ ਦਲੇਰੀ, ਇਹੋ ਜਿਹਾ ਜਿਹੜਾ ਮਨ ਦੇ ਅੰਦਰ ਵੀਰ ਰਸ ਪੈਦਾ ਕਰ ਦਿੱਤਾ ਹੈ। ਦੇਸ਼ ਵਿਦੇਸ਼ਨ ਸੰਗਤ ਆਵੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੀਆਂ ਸੰਗਤਾਂ ਵੀ
ਰੋਜ਼ਾਨਾ ਹੁੰਦੀਆਂ ਹਨ। ਅਨੇਕ ਪ੍ਰਕਾਰ ਅਕੋਰਨ ਲਿਆਵੈ। ਪ੍ਰੇਮੀ ਆਪਣੇ ਕੋਲ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਵੀ ਲੈ ਕੇ ਆਉਂਦੇ ਸੀ। ਗੁਰ ਕੀ ਸੰਗਤ ਸੁਨ ਕਰ ਸਾਰੇ। ਜਦੋਂ ਗੁਰ ਕੀਆਂ ਸੰਗਤਾਂ ਨੂੰ ਇਹ ਦੇਸ਼ਾਂ ਵਿਦੇਸ਼ਾਂ 'ਚ ਚਾਰੇ ਪਾਸੇ ਪਤਾ ਲੱਗ ਚੁੱਕਿਆ ਸੀ ਨਹਿ ਬਿਖਾਦ ਕੋ ਦੇਤ ਨਿਹਾਰੇ। ਵੀ ਹੁਣ ਆ ਜਿਹੜੇ ਨਾ ਤੁਰਕਾ ਮੁਗਲ ਪਠਾਨ ਦੁੱਟ ਪਾਪੀ ਰਾਹ ਦੇ ਵਿੱਚ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਕੋਈ ਵੀ ਤੰਗ ਨਹੀਂ ਕਰਦਾ ਹੈ। ਜਬ ਕੀ ਮਾਰ ਲਈ ਕਲਮੋਟ। ਹੁਣ ਜਦੋਂ ਦੀ ਮਹਾਰਾਜ ਨੇ ਕਲਮੋਟ ਨਗਰ ਦੇ ਗੁਜਰਾਂ ਔਰ ਰੰਗੜਾਂ ਨੂੰ ਇਹੋ ਜੀ ਅਕਲ ਸਿਖਾ ਦਿੱਤੀ ਹੈ। ਤਬ ਤੇ ਗ੍ਰਾਮ ਵੱਡੇ ਕਹਿ ਛੋਟ। ਉਦੋਂ ਤੋਂ ਨਗਰ ਚਾਹੇ ਛੋਟਾ ਹੈ ਚਾਹੇ ਕੋਈ ਵੱਡਾ, ਜੋ ਵੀ ਪਹਾੜੀ ਇਲਾਕੇ ਦੇ ਵਿੱਚ ਵਸਣ ਵਾਲੇ ਹਨ, ਗੁਰ ਸੰਗਤ ਸੋ ਦਵੈਖ ਨਾ ਕਰਤੇ। ਕੋਈ ਵੀ ਸੰਗਤਾਂ ਨੂੰ ਆਉਣ ਜਾਂ ਫਿਰ ਜਾਣ ਲੱਗਿਆ ਛੇੜਖਾਨੀ ਨਹੀਂ ਕਰਦਾ ਸੀ। ਜਹ ਚਿਤ ਚਾਹਤ ਤਾਂ ਉਤਰਤੇ। ਜਿੱਥੇ ਵੀ ਗੁਰ ਸਿੱਖਾਂ ਦਾ ਮਨ ਕਰਦਾ ਹੈ ਵੀ ਰਾਹ ਦੇ ਵਿੱਚ ਰਾਤ ਪੈ ਗਈ, ਉੱਥੇ ਹੀ ਆਪਣਾ ਚਾਹੇ ਰੋਈਆਂ ਬੀਆਵਾਨ ਜੰਗਲ ਪਏ ਹਨ, ਬੇਖੌਫ ਹੋ ਕਰਕੇ ਆਪਣੇ ਡੇਰੇ ਲਗਾ ਦਿੰਦੇ ਨੇ। ਸਗਰੇ ਤਰਾਸ ਪਾਏ ਹਟ ਰਹੇ। ਇਹੋ ਜਿਹਾ ਡਰ, ਇਹੋ ਜਿਹਾ ਪੈ ਸਾਰਿਆਂ ਦੇ ਮਨ ਦੇ ਵਿੱਚ ਹੀ ਪੈਦਾ ਹੋ ਚੁੱਕਿਆ ਸੀ। ਕੋਮਲ ਬਾਕ ਬਿਲੋਕਤ ਕਹੇ। ਜਿਹੜਾ ਵੀ ਨਾ ਕੋਈ ਦੁਸ਼ਟ ਪਾਪੀ ਗਵਾਰ ਗੁਰ ਸਿੱਖਾਂ ਨੂੰ ਦੇਖ ਵੀ ਲੈਂਦਾ ਹੈ, ਉਹ ਵੀ ਫਿਰ ਆਪਣੀ ਰਸਨਾ ਤੋਂ ਬੜੇ ਮਿੱਠੇ ਕੋਮਲ ਬਚਨ ਬੋਲਣ ਲੱਗ ਜਾਂਦੇ ਹਨ। ਜੋਦਾ ਮਹਾ ਪ੍ਰਭੂ ਬਲ ਭਾਰਾ। ਪਤਾ ਲੱਗ ਗਿਆ ਵੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਬਹੁਤ ਵੱਡੇ ਮਹਾਨ ਯੋਧੇ ਸੂਰਮੇ ਹਨ। ਗੁਰੂ ਮਰੈਲਾ ਕਰੇ ਉਚਾਰਾ। ਗੁਰੂ ਮਰੈਲਾ ਇੱਕ ਤਰ੍ਹਾਂ ਦਾ ਨਾਮ ਹੀ ਮਹਾਰਾਜ ਦਾ ਚਾਰੇ ਪਾਸੇ ਪਹਾੜੀ ਇਲਾਕੇ ਦੇ ਵਿੱਚ ਭੱਗ ਗਿਆ। ਜਿਵੇਂ ਕਈਆਂ ਦੀ ਹੱਲ ਪੈ ਜਾਂਦੀ ਹੈ ਵੀ ਦਸ਼ਮੇਸ਼ ਪਿਤਾ ਦਾ ਮਰੈਲੇ ਗੁਰੂ ਹਨ। ਜਿਹੜਾ ਵੀ ਕੋਈ ਸੰਗਤਾਂ ਦੇ ਨਾਲ ਪੰਗਾ ਲਊ ਜਾਂ ਫਿਰ ਛੇੜਖਾਨੀ ਕਰੂ, ਉਹਦਾ ਫਿਰ ਬਚਣਾ ਮੁਸ਼ਕਲ ਹੀ ਹੋ ਜਾਣਾ ਹੈ। ਕੋ ਸਮਰਤ ਤੇ ਸੰਗਤ ਛੇਰੇ। ਕਿਹੜਾ ਇਹੋ ਜਿਹਾ ਸਮਰੱਥ ਬਲਵਾਨ ਪੁਰਸ਼ ਔਰ ਸਤਿਗੁਰਾਂ ਦੀਆਂ ਸੰਗਤਾਂ ਨੂੰ ਛੇੜ ਸਕੇਗਾ। ਜੋ ਛੇਰੇ ਨਿਜ ਜੀਏ ਨਿਵੇਰੇ। ਵਾਹ, ਜਿਹਨੇ ਕਿਤੇ ਸੰਗਤਾਂ ਨੂੰ ਤੰਗ ਕੀਤਾ, ਸਮਝ ਲਓ ਉਹਦੀ ਮੌਤ ਹੀ ਨੇੜੇ ਆ ਗਈ ਹੈ। ਇਤ ਆਦਕ ਕੇ ਗ੍ਰਾਮ ਵਿਸਾਲੇ। ਇੱਥੇ ਆਦਿਕ ਜੋ ਸਤਿਗੁਰੂ ਜੀ ਦਾ ਨਾਮ ਨਾ ਮਰੈਲਾ ਗੁਰੂ, ਇਹ ਚਾਰੇ ਪਾਸੇ ਇਲਾਕੇ ਦੇ ਵਿੱਚ ਪੱਕ ਚੁੱਕਿਆ ਸੀ। ਤਰਾਸ ਤਰੇ ਪ੍ਰਭ ਤੇ ਸਭ ਕਾਲੇ। ਹਰ ਵਕਤ ਚਾਹੇ ਗਰੀਬ ਹੈ ਅਮੀਰ ਹੈ, ਆ ਵੱਡੇ ਵੱਡੇ ਪਹਾੜੀ ਰਾਜੀ, ਉਹ ਵੀ ਮਹਾਰਾਜ ਦੇ ਪਾਸੋਂ ਬੜਾ ਡਰਨ ਲੱਗ ਪਏ ਹਨ। ਪਛਮ ਦਿਸਤੇ ਸੰਗਤ ਆਈ। ਉਸ ਵਕਤ ਪੱਛਮ ਦੀ ਦਿਸ਼ਾ ਤੋਂ ਬਹੁਤ ਸਾਰੀਆਂ ਸੰਗਤਾਂ ਚੱਲ ਕਰਕੇ ਆਈਆਂ ਸਨ। ਦਰਸ਼ਨ ਕਰਨ ਅਦਕ ਧਨ ਲਿਆਈ। ਜਿੱਥੇ ਦੀਦਾਰ ਕਰਨ ਦੀ ਮਨ ਦੇ ਵਿੱਚ ਤਾਂ ਤੇ ਉੱਥੇ ਗੁਰਮੁਖ ਬਹੁਤ ਸਾਰੀ ਮਾਇਆ ਸੋਨਾ ਚਾਂਦੀ ਹੈ, ਵਸਤਰ ਵੀ ਬੜੀਆਂ ਹੋ ਜੀਆਂ ਅਮੋਲਕ ਭੇਟਾਵਾ ਆਪਣੇ ਪਾਸ ਲੈ ਕਰਕੇ ਆਏ ਸਨ। ਆਨ ਆਨੰਦਪੁਰ ਕਾਲਿਓ ਡੇਰਾ। ਇਹਨਾਂ ਨੇ ਵੀ ਆਨੰਦਪੁਰ ਦੇ ਵਿੱਚ ਆ ਕਰਕੇ ਆਪਣੇ ਡੇਰੇ ਲਗਾ ਦਿੱਤੇ ਸੀ। ਨਿਸਾ ਬਿਤਾਈ ਸੂਰਜ ਹੇਰਾ। ਜਦੋਂ ਰਾਤ ਬਤੀਤ ਕਰਕੇ ਅਗਲੇ ਦਿਨ ਦਾ ਸੂਰਜ ਚੜ੍ਹ ਗਿਆ ਹੈ, ਸੋਚ ਇਸਨਾਨ ਠਾਨ ਕਰ ਸਾਰੇ। ਗੁਰ ਸਿੱਖਾਂ ਨੇ ਭਾਉ ਭਗਤ ਗੁਰਪੁਰਬ ਕਰ ਨਾਮਦਾਨ ਇਸ਼ਨਾਨ ਦਿੜਾਇਆ। ਬ੍ਰਹਮੂਰ ਦੇ ਟਾਈਮ ਤੇ ਜਾ ਕਰਕੇ ਸਾਰੀਆਂ ਸੰਗਤਾਂ ਨੇ ਇਸ਼ਨਾਨ ਵਗੈਰਾ ਕਰ ਲਿਆ ਸੀ। ਦਰਸ਼ਨ ਕਰਵੇ ਹੇਤ ਉਚਾਰੇ। ਫਿਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਦੀਦਾਰ ਕਰਨ ਦੇ ਲਈ ਇਹਨਾਂ ਨੇ ਆਪੋ ਆਪਣੀਆਂ ਭੇਟਾਵਾਂ ਤਿਆਰ ਕਰ ਲਈਆਂ ਹਨ। ਸਭਾ ਸਥਾਨ ਗੁਰੂ ਚਲ ਆਏ। ਜਿੱਥੇ ਸਤਿਗੁਰੂ ਜੀ ਰੋਜ਼ਾਨਾ ਬਹੁਤ ਖੁੱਲੀ ਜਗ੍ਹਾ ਤੇ ਦੀਵਾਨ ਸਜਾਇਆ ਕਰਦੇ ਸੀ। ਸ਼ਸਤਰ ਬਸਤਰ ਜੁਦ ਅਦਕ ਸੁਹਾਏ। ਜਿਸਮ ਦੇ ਉੱਪਰ ਮਹਾਰਾਜ ਨੇ ਸ਼ਸਤਰ ਵੀ ਬਸਤਰ ਵੀ ਸਜਾ ਲਏ ਹਨ। ਲਗਿਓ ਦੀਵਾਨ ਖਾਲਸੇ ਕੇਰਾ। ਜਦੋਂ ਖਾਲਸੇ ਦੇ ਸਮੇਤ ਬੜਾ ਭਾਰੀ
ਦੀਵਾਨ ਲੱਗ ਚੁੱਕਿਆ ਸੀ। ਆਯੁਧ ਤਰ ਤਰ ਦਰਸ਼ਨ ਹੇਰਾ। ਗੋਰੇ ਸੂਰਮੇ ਵੀ ਆਪੋ ਆਪਣੇ ਨਾ ਸਾਜਤਰ ਬਾਤਰ ਪਾ ਕਰਕੇ ਫਿਰ ਸਤਿਗੁਰੂ ਜੀ ਦਾ ਦਰਸ਼ਨ ਕਰਿਆ ਕਰਦੇ ਸਨ। ਗਇਓ ਮੇਵੜਾ ਸੰਗਤ ਪਾਸ। ਮੈਂ ਬੜੇ ਨੇ ਜਿੱਥੇ ਜਿੱਥੇ ਵੀ ਸੰਗਤਾਂ ਦੂਰ ਦਰਾਡੇ ਆਪੋ ਆਪਣੇ ਡੇਰੇ ਲਗਾਉਂਦੀਆਂ, ਉੱਥੇ ਜਾ ਕਰਕੇ ਮਹਾਰਾਜ ਦੇ ਆਉਣ ਦੀ ਖਬਰ ਕਰ ਦਿੱਤੀ ਹੈ। ਦਰਸ਼ਨ ਕਰੋ ਚਲੋ ਜੇ ਪਿਆਸ। ਵੀ ਜਿਨ੍ਹਾਂ ਦੇ ਮਨ ਦੇ ਵਿੱਚ ਜੇ ਪਿਆਸ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਤਿਗੁਰਾਂ ਦੇ ਦਰਸ਼ਨ ਦੀ ਬੜੀ ਪਿਆਸ ਭਰੀ ਹੋਈ ਹੈ, ਸੁਨ ਕਰ ਪਏ ਤਿਆਰ ਹਰ ਖਾਏ। ਸੁਣ ਕਰਕੇ ਪ੍ਰੇਮੀ ਤਾਂ ਪਹਿਲਾਂ ਹੀ ਦੀਦਾਰ ਕਰਨ ਦੇ ਲਈ ਕਾਲੇ ਪਏ ਹੋਏ ਸਨ। ਚੱਲੇ ਪੇਟ ਲੈ ਕਰ ਸਮਦਾਏ। ਸਭ ਮਾਈ ਭਾਈ ਆਪੋ ਆਪਣੀਆਂ ਪੇਟਾਵਾਂ ਲੈ ਕੇ ਡੇਰਿਆਂ 'ਚੋਂ ਚੱਲ ਪਏ ਨੇ। ਸੰਗਤ ਮੇ ਇੱਕ ਖੱਤਰੀ ਆਇਓ। ਉਹ ਸਮੇਂ ਇਹਨਾਂ ਸੰਗਤਾਂ ਦੇ ਵਿੱਚ ਇੱਕ ਭਾਈ ਰਾਮੂ ਕਰਕੇ ਖੱਤਰੀ, ਇਹ ਵੀ ਪੱਛਮ ਦੀ ਦਿਸ਼ਾ ਦੇ ਵੱਲੋਂ ਚੱਲ ਕਰਕੇ ਆਇਆ ਸੀ। ਕੰਨਿਆ ਗੁਰ ਅਰਪਨ ਹਿਤ ਲਿਆਇਓ। ਹੁਣ ਇਹ ਜਿਹੜੀ ਆਪਣੀ ਕੰਨਿਆ ਹੈ, ਆਪਣੀ ਧੀ ਨੂੰ ਦਸ਼ਮੇਸ਼ ਪਿਤਾ ਦੀ ਸੇਵਾ ਦੇ ਵਿੱਚ ਛੱਡਣਾ ਚਾਹੁੰਦਾ ਸੀ। ਰਾਵਾ ਗੋਤ ਬਸੇ ਰਵਤਾਸ। ਰਾਵੇ ਗੋਤ ਦੇ ਭਾਈ ਰਾਮੂ ਜੀ ਔਰ ਰਵਤਾਸ ਸ਼ਹਿਰ ਦੇ ਵਿੱਚ ਵਸਣ ਵਾਲੇ ਸਨ। ਡੋਰੇ ਮੇ ਬਿਠਾਏ ਤਨੁਜਾ ਸੋ। ਉਹ ਆਪਣੀ ਬੱਚੀ ਨੂੰ ਇਹ ਬਹੁਤ ਸੋਹਣੇ ਡੋਲੇ ਦੇ ਵਿੱਚ ਬਿਠਾ ਕਰਕੇ ਲਿਆਇਆ ਹੈ। ਸਵਾ ਸਥਾਨ ਕਿਰਪਾਲ ਸੁਹਾਏ। ਜਦੋਂ ਸਤਿਗੁਰੂ ਜੀ ਦੀਵਾਨ ਦੇ ਵਿੱਚ ਬੈਠ ਕਰਕੇ ਸੰਗਤਾਂ ਨੂੰ ਦਰਸ਼ਨ ਦੇਣ ਲੱਗ ਪਏ ਸਨ। ਸਕਲ ਆਏ ਤੇ ਦਰਸ਼ਨ ਪਾਏ। ਹੁਣ ਇਹਨੇ ਵੀ ਸੰਗਤਾਂ ਦੇ ਨਾਲ ਮਿਲ ਕਰਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ। ਅਰਪ ਅਰਪ ਕਰ ਅਨਕ ਅਕੋਰ। ਗੁਰਮੁਖਾਂ ਨੇ ਆਪੋ ਆਪਣੀਆਂ ਲਿਆਂਦੀਆਂ ਹੋਈਆਂ ਜਿਹੜੀਆਂ ਭੇਟਾਵਾਂ ਮਹਾਰਾਜ ਦੇ ਅੱਗੇ ਅਰਪਣ ਕਰ ਦਿੱਤੀਆਂ ਹਨ। ਪਦ ਅਰਬਿੰਦ ਬੰਦ ਕਰ ਜੋਰ। ਸਾਰੇ ਪ੍ਰੇਮੀ ਦੋਵੇਂ ਹੱਥ ਜੋੜ ਕਰਕੇ ਬਾਰ-ਬਾਰ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਣ ਲੱਗ ਪਏ ਹਨ। ਰਾਵਾ ਖੱਤਰੀ ਸਿੱਖ ਕਰ ਬੰਦ। ਹੁਣ ਉਸ ਸਮੇਂ ਰਾਵਾ ਗੋਤ ਦਾ ਜਿਹੜਾ ਖੱਤਰੀ ਦਸ਼ਮੇਸ਼ ਪਿਤਾ ਦੇ ਅੱਗੇ ਦੋਵੇਂ ਹੱਥ ਜੋੜ ਕਰਕੇ ਖੜਾ ਹੋ ਗਿਆ ਸੀ। ਠਾਂਡੋ ਆਗੇ ਪਇਓ ਮੁਕੰਦ। ਮੋਹਤੀ ਦਾਤੇ ਦੇ ਦਰਬਾਰ ਦੇ ਵਿੱਚ ਕਾਫੀ ਟਾਈਮ ਹੈ ਉਸੇ ਤਰ੍ਹਾਂ ਦੋਵੇਂ ਹੱਥ ਜੋੜ ਕਰਕੇ ਸਾਹਮਣੇ ਜਦੋਂ ਖੜਾ ਰਿਹਾ ਸੀ। हे ਪ੍ਰਭੂ ਮੈਂ ਹੋ ਸ਼ਰਨ ਤੁਹਾਰੀ। ਕਹਿ ਲੱਗਿਆ ਸੱਚੇ ਪਾਤਸ਼ਾਹ ਮੈਂ ਤਾਂ ਬੜੀ ਦੂਰੋਂ ਚੱਲ ਕਰਕੇ ਆਪ ਦੀ ਸ਼ਰਨ ਦੇ ਵਿੱਚ ਪਹੁੰਚਿਆ। ਗਹਿਓ ਆਸਰਾ ਰਾਵਰ ਭਾਰੀ। ਹੁਣ ਮੈਂ ਤਾਂ ਆਪ ਦੇ ਚਰਨਾਂ ਦਾ ਹੀ ਬਹੁਤ ਵੱਡਾ ਭਾਰਾ ਜਿਹੜਾ ਆਸਰਾ ਹਿਰਦੇ ਦੇ ਅੰਦਰ ਧਾਰਨ ਕੀਤਾ ਹੋਇਆ। ਨਿਜ ਕੰਨਿਆ ਮੈਂ ਲੈ ਕਰ ਆਇਓ। ਉਹ ਸਮੇਂ ਆਪਣੀ ਧੀ ਨੂੰ ਆਪਣੀ ਬੱਚੀ ਨੂੰ ਹੈ ਸਤਿਗੁਰੂ ਜੀ ਦੇ ਚਰਨਾਂ ਦੀ ਦਾਸੀ ਬਣਾਉਣਾ ਚਾਹੁੰਦਾ ਸੀ। ਮਹਾਰਾਜ ਮੈਂ ਆਪ ਦੀ ਲੜਕੀ ਨੂੰ ਆਪਦੇ ਦਰਬਾਰ ਦੇ ਵਿੱਚ ਲੈ ਕਰਕੇ ਹਾਜ਼ਰ ਹੋਇਆ। ਗੁਰ ਦਾਸੀ ਕਰ ਬੇ ਲਲਚਾਇਓ। ਇਹ ਮੇਰੇ ਮਨ ਦੀ ਜਿਹੜੀ ਲਾਲਸਾ ਬੜੇ ਲੰਮੇ ਸਮੇਂ ਤੋਂ ਬਣੀ ਹੋਈ ਹੈ, ਆਪ ਦੇ ਚਰਨਾਂ ਦੀ ਦਾਸੀ ਮੈਂ ਬਣਾਉਣੀ ਚਾਹੁੰਦਾ। ਚਰੰਕਾਲ ਕੋ ਮੈਂ ਉਰਤਾਰਾ। ਇਹ ਜਿਹੜੀ ਮਨਸਾ, ਇਹ ਮੈਂ ਭਾਵਨਾ ਬੜੇ ਲੰਮੇ ਸਮੇਂ ਤੋਂ ਆਪਣੇ ਇਲਾਕੇ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਦਿਲ ਦੇ ਅੰਦਰ ਧਾਰਨ ਕੀਤੀ ਹੋਈ ਸੀ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਇਹਨੂੰ ਜਥਾ ਜੋਗ ਆਪਣੇ ਵੱਲੋਂ ਬਚਨ ਬਲਾ ਦੁਆਰਾ ਜਵਾਬ ਦੇਣਾ ਹੈ, ਉਸ ਪ੍ਰਸੰਗ ਦੀ ਵਿਚਾਰ ਕੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ
ਬਟ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। चिरंकाल को मैं उरतारा, अहि मनोरथ फल है उदारा। चिरंकाल को मैं उरतारा, अहि मनोरथ फल है उदारा। ये चौथे पार ब्रह्मा अविनाशी अगना